ਇਸ ਬੇਗਾਰਤ ਨੇ ਮੈਨੂੰ ਬਲੈਕਮੇਲ ਨਾ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਤੂੰ ਮੈਨੂੰ ਕੁਝ ਕਰ ਦੇ। ਦਾਂ ਨੂੰ ਲੈ ਕੇ ਮੈਂ ਲਹਿਦਾ ਸੀ ਰੋਟੀ ਆਪਣੀ ਪਕਾਉਂਦੇ ਰਹਿ। ਜਿਹੜਾ ਮਾਂ ਪਿਓ ਦਾ ਸੱਕਾ ਨਹੀਂ ਬਣਿਆ ਉਹ ਭੈਣ ਦਾ ਕਿਸ ਤਰ੍ਹਾਂ ਬਣ ਜਾਂਦਾ? ਵਾਲਦਾ ਨੂੰ ਇੱਕ ਦਫਾ ਉਹਨੇ ਮਾਰਿਆ ਸੀ। ਤੁਹਾਡੇ ਨਾਲ ਜ਼ਬਰਦਸਤੀ ਵੀ ਕਰਨ ਦੀ ਕੋਸ਼ਿਸ਼ ਕੀਤੀ? ਹਾਂ, ਕਹਿੰਦਾ ਤੂੰ ਕੱਲ ਨੂੰ ਇਹਦੀ ਸ਼ਾਦੀ ਕਰਨੀ ਹੈ, ਕਿਤੋਂ ਪੈਸਾ ਲਿਆਵੇਂਗੇ। ਮੈਂ ਕਿਹਾ ਅੱਲਾਹ ਤਾਲਾ ਦੇਗਾ, ਅੱਲਾਹ ਵਸੀਲਾ ਬਣਾਉਂਦਾ ਹੈ, ਕੋਈ ਬੰਦਾ ਕਿਸੇ ਦਾ ਵਸੀਲਾ ਨਹੀਂ ਹੁੰਦਾ। ਉਹਨੂੰ ਕਹਿੰਦਾ ਅਗਰ ਤੂੰ ਇਹਨੂੰ ਘਰੋਂ ਨਹੀਂ ਨਾ ਕੱਢੇਗਾ ਤੇ ਤੇਰੇ ਕੋਲੋਂ ਮੈਂ ਘਰ ਦਾ 5 ਮਰਲੇ ਦੀ ਜਗ੍ਹਾ ਹੈ, ਕਹਿੰਦਾ ਇਹ ਵੀ ਮੈਂ ਖੋਲਾਂਗਾ। ਕਿਉਂਕਿ ਮੇਰੇ ਵਰਗੀਆਂ ਕੋਈ ਬਜ਼ੁਰਗ ਮਾਈਆਂ ਨੇ ਜਿਨ੍ਹਾਂ ਦਾ ਅੱਗਾ ਪਿੱਛਾ ਨਹੀਂ, ਉਹਨਾਂ ਕੋਲੋਂ ਖੋ ਕੇ ਨਾ ਪੱਤੋ ਕਿਦੇ ਵਿੱਚ ਕਾਫੀ ਸ਼ੋਰੂਮ ਬਣਾਏ ਨੇ। ਜਦ ਮੈਂ ਅਮਰ ਅਸਲਮ ਕੋਲ ਗਈ ਹਾਂ, ਮੈਂ ਉਹਨੂੰ ਜਾ ਕੇ ਕਿਹਾ, ਕਹਿੰਦਾ ਵੀ ਅੱਗੋਂ ਬੜੇ ਗੁੱਸੇ ਨਾਲ ਬੋਲ। ਅਮਰ ਅਸਲਮ ਕੌਣ ਹੈ? ਐਸਐਚਓ। ਉਹਨੇ ਕਿਹਾ, ਐਸਐਚਓ ਨੇ ਕਿਹਾ ਬੀਬੀ ਉਹ ਨਹੀਂ ਦਿੰਦੇ ਤੇ ਅਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਦਫਾ ਹੋ ਗਿਆ। ਗਰਮੀ ਦੇ ਦਿਨ ਸੀ, 3 ਵਜੇ ਦਾ ਟਾਈਮ ਸੀ, ਅਸੀਂ ਲੇਟ ਗਈਆਂ। ਆਇਆ ਆਣ ਕੇ ਉਹਨੇ ਪਹਿਲਾਂ ਬੱਚੀ ਦੀ ਗਰਦਨ ਦਬਾਈ ਹੈ, ਇਹਦੇ ਨਾਖੂਨ ਵੀ ਲੱਗੇ ਸੀ। ਪੁਲਿਸ ਵਾਲਾ ਖੁਦ ਵੇਖ, ਬੱਚੀ ਨੇ ਵੀ ਹੱਥ ਜੋੜੇ ਨੇ, ਹੱਥ ਜੋੜਦੀ ਰਹੀ ਕਿ ਮਾਮੂ ਅਸੀਂ ਕਿੱਥੇ ਜਾਵਾਂਗੇ, ਸਾਡੇ ਕੋਲ ਕੋਈ ਜਗ੍ਹਾ ਨਹੀਂ। ਛੋਟੀਆਂ ਦੀਵਾਰਾਂ ਸੀ ਸਾਡੀਆਂ, ਇਹਨਾਂ ਨੇ ਉਹ ਚਲੇ ਗਏ ਨੇ ਪੁਲਿਸ ਵਾਲੇ ਨੇ ਰਾਤ ਨੂੰ। ਯਾਨੀ ਕਿ ਤੁਹਾਡੇ ਨਾਲ ਜ਼ਿਆਦਤੀ ਹੋ ਰਹੀ ਸੀ, ਤਸ਼ੱਦਦ ਹੋ ਰਿਹਾ ਸੀ, ਤੁਹਾਡੇ ਮਹੱਲੇਦਾਰ ਤੁਹਾਨੂੰ ਸਾਈਡਾਂ ਤੋਂ ਦੇਖ ਰਹੇ ਸੀ। ਅਸ਼ਰਫ ਮਿੰबर तो डरते नहीं अगे। अस्सलाम वालेकुम नाजरीन, मैं हूं आपका होस्ट अजीज़ चौधरी। आप देख रहे हैं ग्लोबल मीडिया नेटवर्क। नाजरीन, जब मुहाफिज ही इज़्ज़त को लूटने पे आ जाएं तो बंदा कहाँ पे जाए। बहनों को अपने भाइयों पे बड़ा मान होता है, लेकिन जब वही भाई अपनी ही बहनों को ज़लील और रुसवा करने पे आ जाएं, उन्हीं का हक मारते हैं, लेकिन उसके बावजूद बाहर की ज़मीन तो उनसे हड़प कर ली, लेकिन यहाँ तक कि घर से भी धक्के मार के निकाल दिया गया। जब ये बहन मीडिया पे आई इंसाफ मांगने के लिए तो उल्टा इसी पे ही FIR करवा दी गई। अब ये सारा मामला क्यों हुआ, इतना संगदिल भाई कैसे हो गया, ये सारे मामलात आज इन्हीं की ज़ुबानी जानते हैं। अस्सलाम वालेकुम। वालेकुम अस्सलाम। बहन अपना नाम बताइएगा। मेरा नाम नसीम बीबी है। अच्छा नसीम बीबी, ठीक है। मेरी बहन तुसी मैनूं ਇਹ ਦੱਸੋ कि ਤੁਹਾਡੀ ਸ਼ਾਦੀ ਨੂੰ ਕਿੰਨਾ ਟਾਈਮ ਹੋ ਗਿਆ? 1 ਸਾਲ ਹੋ ਗਿਆ ਸੀ ਤੇ ਤਲਾਕ ਹੋ ਗਈ। अच्छा साल बाद ही तलाक हो गई? हाँ जी। ਤਲਾਕ ਹੋਣ ਤੋਂ ਬਾਅਦ ਫਿਰ ਆਪਣੇ ਘਰ ਆ ਗਏ? ਹਾਂ, ਮਾਂ ਮੇਰੀ ਵਾਲਦਾ ਜ਼ਿੰਦਾ ਸੀ, ਮੈਂ ਉੱਥੇ ਆ ਗਈ। ਭਾਈ ਵੀ ਇੱਕ ਉੱਥੇ ਰਹਿੰਦਾ ਸੀ, ਬਾਕੀ 2 ਭਾਈ ਲੈਦਾ ਸੀ। ਵੱਡਾ ਭਾਈ ਪਹਿਲੇ ਵੀ ਉੱਥੇ ਰਹਿੰਦਾ ਸੀ, ਉਹਨੇ ਮੈਨੂੰ ਸਟਾਮ ਕਰਕੇ ਆਪਣਾ ਹਿੱਸਾ ਦੇ ਦਿੱਤਾ। ਉਹ ਜਗ੍ਹਾ ਸ਼ਾਮ ਲਾਟ ਸੀ। ਉਹਨੇ ਤੁਹਾਨੂੰ ਹਿੱਸਾ ਜਦੋਂ ਤੁਹਾਡੀ ਤਲਾਕ ਹੋਈ ਉਸ ਤੋਂ ਬਾਅਦ ਦਿੱਤਾ ਸੀ ਜਾਂ ਉਸ ਤੋਂ ਪਹਿਲੇ ਹੀ ਦੇ ਚੁੱਕਿਆ ਸੀ? ਉਸ ਤੋਂ ਬਾਅਦ ਦਿੱਤਾ ਸੀ। ਤਲਾਕ ਹੋ ਗਈ ਨਾ, ਮੈਂ ਇੱਥੇ ਆਈ। ਉਹਨੇ ਕਿਹਾ ਚਾਹੇ ਮੇਰਾ ਛੋਟਾ ਭਾਈ ਜਿਹੜਾ ਗੁਜ਼ਾਰ ਅਹਿਮਦ ਦੇ ਸ਼ੋਰ ਮਚਾਉਂਦਾ ਸੀ ਕਿ ਮਾਮਾ ਬੇਟੀ ਨੂੰ ਇੱਥੇ ਨਹੀਂ ਰਹਿਣ ਦੇਣਾ, ਅਗਰ ਰਹਿਣਾ ਹੈ ਤੇ ਆਪਣਾ ਕਮਾਵੋ ਤੇ ਆਪਣਾ ਖੁਦ ਖਾਓ। ਤੇ ਵੱਡੇ ਕੀ ਇੰਨੇ ਜੋਗਾ ਉਹ ਨਹੀਂ ਹੈ ਸੀ ਕਿ ਉਹ ਤੋਂ 2 ਟਾਈਮ ਦੀ ਰੋਟੀ ਵੀ ਨਹੀਂ ਤੁਹਾਨੂੰ ਖਿਲਾ ਸਕਦਾ ਸੀ? ਐਸੀ ਕਾਫੀ ਬੱਕਰੀਆਂ ਸ਼ਕਰੀਆਂ ਰੱਖੀਆਂ ਨੇ, ਸਹੀ ਕਮਾਉਂਦਾ ਸੀ, ਬਾਹਰ ਜ਼ਮੀਨ ਵੀ ਨਹੀਂ। ਜਾਂ ਉਂਝ ਜਾਹਲ ਸੀ? ਹਾਂਜੀ, ਉਹ ਸ਼ੌਰ ਨਹੀਂ ਸੀ ਆਇਆ ਉਹਨੂੰ? ਨਹੀਂ, ਜਾਹਿਲ ਸੀ। ਵਾਲਦਨ ਵੀ ਨਹੀਂ ਸੀ ਸਮਝਦਾ। ਉਹਦਾ ਵੀ ਦੁਆਦਾਰੂ ਮੈਂ ਕਰਵਾਉਂਦੀ ਸੀ। ਇੱਕ ਮੇਰੀ ਵੱਡੀ ਸਿਸਟਰ ਸੀ, ਉਹ ਕਰਵਾਉਂਦੀ ਸੀ ਉਹਦਾ ਦੁਆਦਾਰੂ। ਆਪਣੀ ਵਾਲਦਾ ਨੂੰ ਲੈ ਕੇ ਮੈਂ ਲਹਿਦਾ ਸੀ ਰੋਟੀ ਆਪਣੀ ਪਕਾਉਂਦੇ ਰਹਿ। ਜਿਹੜਾ ਮਾਂ ਪਿਓ ਦਾ ਸੱਕਾ ਨਹੀਂ ਬਣਿਆ ਉਹ ਭੈਣ ਦਾ ਕਿਸ ਤਰ੍ਹਾਂ ਬਣ ਜਾਂਦਾ? ਵਾਲਦਾ ਨੂੰ ਇੱਕ ਦਫਾ ਉਹਨੇ ਮਾਰਿਆ ਸੀ। ਇਸ ਤੋਂ ਵੱਡਾ ਲਾਂਤੀ ਇਨਸਾਨ ਕਿਹੜਾ ਹੋ ਸਕਦਾ ਜਿਹੜਾ ਆਪਣੀ ਵਾਲਦੈਨ ਆਪਣੀ ਵਾਲਦਾ ਤੇ ਹੱਥ ਉਠਾਏ? ਆਪਣੀ ਵਾਲਦਾ ਤੇ ਵੀ ਹੱਥ ਉਠਾਇਆ, ਉਹਨੂੰ ਵੀ ਕਾਫੀ ਦਫਾ ਗਾਲੀਆਂ ਗਲੋਚ ਦਿੱਤੀਆਂ। ਤੁਸੀਂ ਫਿਰ ਬਾਹਰ ਕੰਮ ਕਰਦੇ ਰਹੇ ਹੋ, ਜੌਬ ਕਰਦੇ ਰਹੇ? ਮੈਂ ਜ਼ਮੀਨਾਂ 'ਚ ਕੰਮ ਕਰਦੀ ਰਹੀ, ਘਰਾਂ 'ਚ ਵੀ ਕਰਦੀ ਰਹੀ। ਸਾਡੇ ਪਿੰਡ ਦਾ ਹੀ ਅਸ਼ਰਫ ਸੀ, ਰਿਸ਼ਤੇਦਾਰ ਸੀ। ਉਹਨੇ ਮੈਨੂੰ ਕਿਹਾ ਕਿ ਤੂੰ ਲੋਕਾਂ ਦੇ ਝੁਕਾਨੀ, ਮੈਂ ਆਪਣਾ ਤੁਹਾਡਾ ਰਿਸ਼ਤੇਦਾਰ ਹਾਂ, ਤੂੰ ਸਾਡੇ ਘਰ ਕੰਮ ਕਰ। ਰਿਸ਼ਤਾ ਹੀ ਤੁਹਾਡਾ ਕੀ ਲੱਗਦਾ ਸੀ? ਮੇਰੇ ਅੱਬੂ ਦਾ ਚਾਚੇ ਤਾਏ ਦਾ ਬੇਟਾ ਸੀ। ਗਾਉਂ ਦਾ ਚੌਧਰੀ ਸੀ। ਇੱਕ ਹੀ ਬਾਜ਼ਾਰ 'ਚ ਅਸੀਂ ਰਹਿੰਦੇ ਹਾਂ। ਤੁਸੀਂ ਫਿਰ ਉਹਨਾਂ ਦੇ ਘਰ ਕੰਮ ਕਰਨ ਲੱਗ ਗਏ? ਕੰਮ ਕਰਨਾ ਸ਼ੁਰੂ ਕਰ ਦਿੱਤਾ 5000 ਤੇ, ਲੇਕਿਨ ਉਹਦੀ ਬੀਵੀ ਬਿਮਾਰ ਰਹਿੰਦੀ ਸੀ, ਉਹਦੇ ਕਾਫੀ ਪਰੇਸ਼ਾਨ ਹੋਏ ਸੀ। ਉਹ ਪੱਤੋਂ ਕੀ ਚਲੀ ਗਈ। ਇਸ ਬੇਗਾਰਤ ਨੇ ਮੈਨੂੰ ਬਲੈਕਮੇਲ ਨਾ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਤੂੰ ਮੈਨੂੰ ਕੁਝ ਕਰ ਦੇ। ਅਗਰ ਉਹਦਾ ਭਾਈ ਕਹਿਣਾ ਮੈਂ ਅੱਜ ਮੰਨਦੀ ਤੇ ਮੇਰੇ ਕੋਲ ਮੇਰੀ ਉਹਦੀਆਂ ਆਪਣੀਆਂ ਬੇਟੀਆਂ ਨਹੀਂ ਹੈ? ਉਹਦੀ ਇੱਕ ਬੇਟੀ ਸੀ, ਉਹਦੀ ਕਾਫੀ ਦੇਰ ਹੋ ਗਿਆ ਸ਼ਾਦੀ ਹੋ ਗਈ। ਉਹਦੀ ਬੇਟੀ ਨੂੰ ਅਗਰ ਕੋਈ ਹੋਰ ਇਸ ਤਰ੍ਹਾਂ ਕਹੇ ਕਿ ਮੈਨੂੰ ਤੇਰੀਆਂ ਅੱਖਾਂ ਸੋਹਣੀਆਂ ਲੱਗਦੀਆਂ ਨੇ ਜਾਂ ਤੇਰੀ ਫਲਾਨੀ ਚੀਜ਼ ਸੋਹਣੀ ਲੱਗਦੀ ਹੈ, ਮੈਨੂੰ ਖੁਸ਼ ਕਰ ਦੇ, ਉਸ ਟਾਈਮ ਇਹਦੇ ਤੇ ਕੀ ਗੁਜ਼ਰੇਗੀ? ਉਹਨੂੰ ਤੁਸੀਂ ਇਹ ਪੁੱਛਿਆ ਨਹੀਂ? ਭਾਈ ਉਹਦੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਹੁੰਦੇ ਅੱਗੋਂ ਕੋਈ ਜ਼ਬਾਨ ਚਲਾਵੇ ਜਾਂ ਕੋਈ ਆਵਾਜ਼ ਉਠਾਵੇ। ਜੋ ਅਗਰ ਮੇਰੇ ਨਾਲ ਵੀ ਚੱਲਦਾ ਸੀ, ਉਹਨੂੰ ਸ਼ਾਮ ਨੂੰ ਉਹਨੂੰ ਬੁਲਾ ਕੇ ਉਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਦੇ ਲੱਤੇ ਮਾਰਨੇ ਸ਼ੁਰੂ ਕਰ ਦਿੰਦਾ। ਤੁਹਾਡੇ ਨਾਲ ਜ਼ਬਰਦਸਤੀ ਵੀ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ, ਬਾਜ਼ੂ ਤੋਂ ਕਿਚਾ ਮੈਂ ਕਿਹਾ ਨਹੀਂ, ਮੈਂ ਆਪਣੀ ਇੱਜ਼ਤ ਦੀ ਰੋਟੀ। ਕਹਿੰਦਾ ਤੂੰ ਕੱਲ ਨੂੰ ਇਹਦੀ ਸ਼ਾਦੀ ਕਰਨੀ ਹੈ, ਕਿਤੋਂ ਪੈਸਾ ਲਿਆਵੇਂਗੇ। ਮੈਂ ਕਿਹਾ ਅੱਲਾਹ ਤਾਲਾ ਦੇਗਾ, ਅੱਲਾਹ ਵਸੀਲਾ ਬਣਾਉਂਦਾ ਹੈ,
ਕੋਈ ਬੰਦਾ ਕਿਸੇ ਦਾ ਵਸੀਲਾ ਨਹੀਂ ਹੁੰਦਾ, ਸਹਾਰਾ ਨਹੀਂ ਹੁੰਦਾ, ਸਿਰਫ ਖੁਦਾ ਦੀ ਜ਼ਾਤ ਹੁੰਦੀ। ਤੁਸੀਂ ਘਰ ਆ ਕੇ ਆਪਣੇ ਭਰਾਵਾਂ ਨੂੰ ਜਾਂ ਆਪਣੀ ਵਾਲਦਾ ਨੂੰ ਨਹੀਂ ਦੱਸਿਆ? ਮੇਰੀ ਵਾਲਦਾ ਫੌਤ ਹੋ ਗਈ ਸੀ 2 ਸਾਲ 3 ਸਾਲ ਹੋ ਗਏ ਨੇ। ਉਸ ਤੋਂ ਬਾਅਦ ਇਹਨੇ ਇਹ ਹਰਕਤ ਕਰਨੀ ਸ਼ੁਰੂ ਕੀਤੀ ਹੈ। ਬਾਈ ਨੂੰ ਮੈਂ ਨਹੀਂ ਕਿਹਾ, ਲੇਕਿਨ ਉਹਨੇ ਮੇਰੇ ਕਹਿਣ ਤੋਂ ਪਹਿਲਾਂ ਹੀ ਸ਼ਾਮ ਨੂੰ ਉਹਨੇ ਇਹਨੂੰ ਬੁਲਾ ਕੇ ਇਹ ਉਹਨਾਂ ਦੀਆਂ ਮੱਝਾਂ ਨੂੰ ਪੱਟੇ ਪੁੱਟੇ ਪਾਉਂਦਾ ਸੀ। ਯਾਨੀ ਕਿ ਤੁਸੀਂ ਵਾਪਸ ਘਰ ਚਲੇ ਗਏ, ਖਾਮੋਸ਼ੀ ਇਖਤਿਆਰ ਕਰ ਲਈ ਵੀ ਕੀ ਤਮਾਸ਼ਾ ਕਰਨਾ ਹੈ, ਆਪਣੀ ਇੱਜ਼ਤ ਹੈ, ਅਗਰ ਐਵੇਂ ਉਛਾਲਾਂਗੀ ਆਪਣੀ ਇੱਜ਼ਤ ਜਾਏਗੀ। ਤੁਸੀਂ ਭਾਈ ਨੂੰ ਵੀ ਨਹੀਂ ਦੱਸਿਆ, ਖਾਮੋਸ਼ ਹੋ ਗਏ, ਲੇਕਿਨ ਉਹਨੇ ਖੁਦ ਹੀ ਆਪਣੇ ਤੁਹਾਡੇ ਭਾਈ ਨੂੰ ਬੁਲਾ ਲਿਆ। ਉਹਨੂੰ ਕਹਿੰਦਾ ਅਗਰ ਤੂੰ ਇਹਨੂੰ ਘਰੋਂ ਨਹੀਂ ਨਾ ਕੱਢੇਗਾ ਤੇ ਤੇਰੇ ਕੋਲੋਂ ਮੈਂ ਘਰ ਦਾ 5 ਮਰਲੇ ਦੀ ਜਗ੍ਹਾ ਹੈ, ਕਹਿੰਦਾ ਇਹ ਵੀ ਮੈਂ ਖੋਲਾਂਗਾ, ਕਿਉਂਕਿ ਮੇਰੇ ਵਰਗੀਆਂ ਕੋਈ ਬਜ਼ੁਰਗ ਮਾਈਆਂ ਨੇ ਜਿਨ੍ਹਾਂ ਦਾ ਅੱਗਾ ਪਿੱਛਾ ਨਹੀਂ, ਉਹਨਾਂ ਕੋਲੋਂ ਖੋ ਕੇ ਨਾ ਪੱਤੋ ਕਿਤੇ ਵਿੱਚ ਕਾਫੀ ਸ਼ੋਰੂਮ ਬਣਾਏ ਨੇ। ਉਹ ਕੀ ਬਦਮਾਸ਼ ਹੈ ਕੋਈ, ਕੀ ਹੈ ਉਹਦੇ ਕੋਲ, ਐਸਾ ਕੀ ਹੈ? ਬਸ ਉਹਦੀ ਚੱਲਦੀ ਹੈ ਵੀ ਇੱਕ ਜਨਰਲ ਕੌਂਸਲਰ ਹੈ, ਮੈਂਬਰ ਦੀ ਕੀ ਔਕਾਤ ਹੈ? ਮੇਰੀ ਨਜ਼ਰ 'ਚ ਕੋਈ ਔਕਾਤ ਨਹੀਂ ਹੈ। ਉਹਨਾਂ ਦੀ ਸਪੋਰਟ ਹੈ ਰਾਣਾ ਇਕਬਾਲ, ਉਹਨਾਂ ਦੀ ਸਪੋਰਟ ਤੇ ਚੱਲਦੇ ਨੇ। ਅੱਛਾ, ਸਿਰਫ ਰਾਣਿਆਂ ਦੇ ਸਿਰ ਤੇ ਉਹ ਲੋਕਾਂ ਨੂੰ ਧਮਕਾਉਂਦਾ ਹੈ ਜਾਂ ਸਭ ਕੁਝ ਕਰਦਾ ਹੈ? ਮੇਰੀ ਵੀ FIR ਹੋ ਜਾਣੀ ਸੀ, ਇਹਨਾਂ ਨੇ ਰਾਣਾ ਇਕਬਾਲ ਕੋਲ ਗਏ ਨੇ, ਉਹਨਾਂ ਸਿਫਾਰਿਸ਼ ਕਰਵਾਈ ਮੇਰੀ। ਤੁਸੀਂ ਰਾਣਿਆਂ ਕੋਲ ਖੁਦ ਗਏ ਹੋ ਕਿ ਇਹ ਬੰਦੇ ਨੇ ਮੇਰੇ ਨਾਲ ਇਹ ਕੁਝ ਕੀਤਾ? ਮੈਂ ਰਾਣਾ ਹਯਾਤ ਕੋਲ ਗਈ ਹਾਂ। ਉਹਨਾਂ ਕੀ ਕਿਹਾ ਫਿਰ? ਉਹਨਾਂ ਨੇ ਕਿਹਾ ਕਿ ਅਸੀਂ ਅਮਰ ਅਸਲਮ ਨੂੰ ਫੋਨ ਕਰਨੇ ਕਿ ਇਸ ਬੀਬੀ ਨਾਲ ਤਾਮਨ ਕਰ। ਮੈਂ ਫਿਰ ਉਹਨਾਂ ਨੇ ਕਿਹਾ ਤੂੰ ਉੱਥੇ ਜਾ। ਮੈਂ ਅਮਰ ਅਸਲਮ ਕੋਲ ਗਈ ਹਾਂ, ਮੈਂ ਉਹਨੂੰ ਜਾ ਕੇ ਕਿਹਾ ਹੈ, ਕਹਿੰਦਾ ਵੀ ਅੱਗੋਂ ਬੜੇ ਗੁੱਸੇ ਨਾਲ ਬੋਲ। ਅਮਰ ਅਸਲਮ ਕੌਣ ਹੈ? SHO। ਉਹਨੇ ਕਿਹਾ SHO ਨੇ ਕਿਹਾ ਬੀਬੀ ਉਹ ਨਹੀਂ ਦਿੰਦੇ ਤੇ ਅਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਦਫਾ ਹੋ ਜਾਏ। ਤਾਂ ਮੈਂ ਫਿਰ ਵਾਪਸ ਆ ਗਈ ਹਾਂ। ਅੱਲਾ ਕਿ ਮੈਂ ਖੱਜਲ ਖਵਾਰ 6-7 ਮਹੀਨੇ ਹੁੰਦੀ ਰਹੀ, ਮੇਰੀ ਕਿਸੇ ਨੇ ਨਹੀਂ ਸੁਣੀ। ਅਸ਼ਰਫ ਮੈਂਬਰ ਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਹੈ, ਉਹਦੇ ਤੇ ਤੁਸੀਂ FIR ਨਹੀਂ ਕਰਵਾਈ, ਦਰਖਾਸਤ ਨਹੀਂ ਉਹਦੇ ਖਿਲਾਫ ਦਿੱਤੀ? ਮੈਂ ਭਾਈ ਤੇ ਦਿੱਤੀਆਂ ਨੇ, ਮੇਰਾ ਕੁਝ ਨਹੀਂ ਕਿਸੇ ਨੇ ਸੁਣਿਆ। ਮੈਂ ਉਹਦੇ ਤੇ ਦਿੱਤੀਆਂ ਨੇ ਤੇ ਉਲਟਾ ਅਸ਼ਰਫ ਨੇ ਮੇਰੇ ਖਿਲਾਫ ਦਵਾਤੀ ਹੈ FIR। ਕਹਿੰਦਾ ਕਿ ਇਹ ਗਾਲੀਆਂ ਦਿੰਦੀ ਸਨ, ਧਮਕੀਆਂ ਲਾਉਂਦੀ ਹੈ ਕਿ ਮੈਂ ਤੁਹਾਨੂੰ ਅਗਵਾ ਕਰਵਾ ਦੇ। ਭਾਈ ਅਗਰ ਜੇ ਮੈਂ ਇੰਨਾ ਕੁਝ ਕਰ ਸਕਦੀ ਤੇ ਮੈਂ ਆਪਣਾ ਹੱਕ ਨਾ ਲੈ ਸਕਦੀ। ਇੱਕ ਔਰਤ ਕੀ ਕਰ ਸਕਦੀ ਜਿਹੜੀ ਲਾਵਾਰਸ ਹੈ? ਜਿਸ ਟਾਈਮ ਉਹਨੇ ਤੁਹਾਡੇ ਭਾਈ ਨੂੰ ਬੁਲਾਇਆ ਅਸ਼ਰਫ ਮੈਂਬਰ ਨੇ ਕਿ ਇਹਨੂੰ ਘਰੋਂ ਕੱਢ ਦੇ, ਫਿਰ ਤੇਰੇ ਭਾਈ ਨੇ ਤੈਨੂੰ ਕੀ ਕਿਹਾ? ਮੈਂ ਉਹਨੂੰ ਪੁੱਛਦੀ ਰਹੀ, ਕਹਿੰਦਾ ਕੋਈ ਵਜ੍ਹਾ ਨਹੀਂ, ਤੂੰ ਇੱਥੇ ਰਹਿ ਨਹੀਂ ਸਕਦੀ, ਦਫਾ ਹੋ ਜਾ, ਤੂੰ ਚਲੀ ਜਾ। ਮੈਂ ਫਿਰ ਵੀ ਇਹਨਾਂ ਨੇ ਅੰਦਰੋਂ ਤਾਲਾ ਲਾ ਲਿਆ, ਮੈਨੂੰ ਸੜਕ ਤੇ ਸਾੜ ਦਿੱਤਾ। ਮੈਂ 15 ਤੇ ਕਾਲ ਕੀਤੀ, ਪੁਲਿਸ ਵਾਲਿਆਂ ਆ ਕੇ ਬਾਹਰ ਵਾਲਾ ਤੇ ਅੰਦਰ ਵਾਲਾ ਤਾਲਾ ਖਲਾਇਆ ਹੈ। ਫਿਰ ਅਸ਼ਰਫ ਮੈਂਬਰ ਸਾਡੇ ਘਰ ਆ ਗਿਆ। ਨਹੀਂ, ਤੁਸੀਂ ਜਿਸ ਟਾਈਮ ਉਹਨੇ ਤੁਹਾਨੂੰ ਕਿਹਾ ਘਰੋਂ ਚਲੀ ਜਾ, ਤੁਸੀਂ ਉਹਨੂੰ ਦੱਸਿਆ ਨਹੀਂ ਵੀ ਵਜ੍ਹਾ ਕੀ ਹੈ? ਪੁੱਛਿਆ ਨਹੀਂ ਉਹਦੇ ਕੋਲੋਂ? ਉਹਦੇ ਕੋਲੋਂ ਪੁੱਛਿਆ, ਉਹਨੇ ਕੋਈ ਵਜ੍ਹਾ ਨਹੀਂ ਦੱਸੀ। ਜਦੋਂ ਅੰਦਰ ਮੈਂ ਬੱਚੀ ਆਈ ਸਕੂਲੋਂ, ਉਹਨੂੰ ਮੈਂ ਖਾਣਾ ਦਿੱਤਾ ਹੈ। ਅਸੀਂ ਮਾਂ ਬੇਟੀ, ਗਰਮੀ ਦੇ ਦਿਨ ਸੀ, 3 ਵਜੇ ਦਾ ਟਾਈਮ ਸੀ, ਅਸੀਂ ਲੇਟ ਗਈਆਂ। ਆਇਆ ਆਣ ਕੇ ਉਹਨੇ ਪਹਿਲਾਂ ਬੱਚੀ ਦੀ ਗਰਦਨ ਦਬਾਈ ਹੈ, ਇਹਦੇ ਨਾਕ ਨੂੰ ਵੀ ਲੱਗੇ ਸੀ। ਪੁਲਿਸ ਵਾਲਾ ਖੁਦ ਵੇਖ ਕੇ ਨੇ, ਮੇਰੇ ਸਿਰ ਤੇ ਦੁਪੱਟਾ ਨਹੀਂ ਸੀ, ਜਿਸ ਤਰ੍ਹਾਂ ਲੇਟੀਆਂ ਨੇ ਮੈਨੂੰ ਚੁੱਕ ਕੇ ਕੰਧੇ ਸੱਟਿਆ। ਤੁਸੀਂ ਅੱਗੋਂ ਮਜ਼ਾਹਮਤ ਨਹੀਂ ਕੀਤੀ ਭਾਈ ਨਾਲ? ਕੋਸ਼ਿਸ਼ ਨਹੀਂ ਕੀਤੀ ਕਿ ਘਰ 'ਚ ਰੁਕਣ ਦੀ? ਕਾਫੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਮੈਨੂੰ ਗਿਰੇਬਾਨ ਤੋਂ ਫੜਿਆ ਤੇ ਮੇਰੀ ਕਮੀਜ਼ ਪਾਟ ਗਈ। ਉਹਨੇ ਮੈਨੂੰ ਕੰਧਿਆਂ ਤੇ ਚੁੱਕ ਕੇ ਬਾਹਰ ਸੜਕ ਤੇ ਸੱਟਿਆ ਹੈ। ਮੈਂ ਫਿਰ ਵੀ ਉਹਦੇ ਕੰਨ ਤੇ ਮੈਂ ਚੱਕ ਵੱਢਿਆ। ਮੈਂ ਕਿ ਪੁਲਿਸ ਵਾਲਾ ਦੇ ਸਾਹਮਣੇ ਮੁੱਕਰੇ ਨਾ, ਜੋ ਮੈਂ ਕੀਤਾ ਮੈਂ ਮੁੱਕਰਦੀ ਨਹੀਂ ਦੀ। ਯਾਨੀ ਕਿ ਤੁਸੀਂ ਘਰ ਦੇ ਵਿੱਚ ਪਹਿਲੇ ਮਜ਼ਾਹਮਤ ਕੀਤੀ, ਮਿੰਤਰਲਾ ਕੀਤਾ ਕਿ ਮੈਂ ਨਹੀਂ ਜਾਣਾ, ਤੁਸੀਂ ਰਹਿਣ ਦਿਓ। ਬੱਚੀ ਨੇ ਵੀ ਹੱਥ ਜੋੜੇ ਨੇ, ਹੱਥ ਜੋੜਦੀ ਰਹੀ ਕਿ ਮਾਮੂ ਅਸੀਂ ਕਿੱਥੇ ਜਾਵਾਂਗੇ, ਸਾਡੇ ਕੋਲ ਕੋਈ ਜਗ੍ਹਾ ਨਹੀਂ, ਕੋਈ ਤੁਹਾਨੂੰ ਉੱਥੇ ਘਰ ਦੇ ਵਿੱਚ ਘਸੀਟਦਾ ਰਿਹਾ ਤੁਹਾਡਾ ਭਾਈ? ਹਾਂਜੀ, ਕਮਰੇ ਦੇ ਵਿੱਚ ਹੀ। ਫਿਰ ਬਰਹਨਾ ਕਰਕੇ ਸੜਕ ਤੇ ਛੱਡ ਦਿੱਤਾ, ਘਰੋਂ ਬਾਹਰ ਕੱਢ ਦਿੱਤਾ? ਮੀਆਂ ਬੀਵੀ ਸੀ, ਬੀਵੀ ਨੇ ਬੱਚੀ ਨੂੰ ਫੜਿਆ ਤੇ ਉਹਨੇ ਮੈਨੂੰ ਕੰਧਿਆਂ ਤੇ ਚੁੱਕ ਕੇ ਬਾਹਰ ਸੜਕ ਤੇ ਸਾੜ ਦਿੱਤਾ ਹੈ। ਨਾ ਮੇਰੇ ਸਿਰ ਤੇ ਦੁਪੱਟਾ ਸੀ, ਨਾ ਪੈਰਾਂ 'ਚ ਜੁੱਤੀ ਸੀ। ਤੁਸੀਂ ਉੱਥੇ 15 ਤੇ ਕਾਲ ਨਹੀਂ ਕੀਤੀ? ਮੈਂ ਹਮਸਾਇਆ ਕੋਲ ਚਾਦਰ ਲਈ ਮੈਂ 15 ਤੇ ਕਾਲ ਕੀਤੀ। ਪੁਲਿਸ ਵਾਲੇ ਆਏ ਨੇ, ਉਹਨਾਂ ਤਾਲਾ ਖਲਾਇਆ। ਫੌਰਨ ਫਿਰ ਅਸ਼ਰਫ ਮੈਂਬਰ ਆ ਗਿਆ, ਉਹਨਾਂ ਨੂੰ ਆਪਣੇ ਡੇਰੇ ਤੇ ਲੈ ਕੇ ਗਿਆ। ਪੁਲਿਸ ਵਾਲੇ ਪਾਸਾ ਪਲਟ ਗਏ ਨੇ। ਦੂਸਰੇ ਦਿਨ ਮੈਂ ਫਿਰ ਗਈ ਹਾਂ ਵੀ ਤੁਸੀਂ ਕੋਈ ਐਕਸ਼ਨ ਨਹੀਂ ਲਿਆ। ਉਹ ਆਏ ਨੇ ਤਫਤੀਸ਼ ਕਰਨ, ਸਾਡੇ ਹਮਸਾਏ ਨੇ ਕਿਹਾ ਕਿ ਸਰਾਸਰ ਬਾਜੀ ਨਾਲ ਜ਼ਿਆਦਤੀ ਹੋਈ ਹੈ, ਜ਼ੁਲਮ ਹੋਇਆ, ਕਿਉਂਕਿ ਛੋਟੀਆਂ ਦੀਵਾਰਾਂ ਸੀ ਸਾਡੀਆਂ। ਇਹਨਾਂ ਨੇ ਉਹ ਚਲੇ ਗਏ ਨੇ ਪੁਲਿਸ ਵਾਲੇ ਨੇ ਰਾਤ ਨੂੰ। ਯਾਨੀ ਕਿ ਤੁਹਾਡੇ ਨਾਲ ਜ਼ਿਆਦਤੀ ਹੋ ਰਹੀ ਸੀ, ਤਸ਼ੱਦਦ ਹੋ ਰਿਹਾ ਸੀ, ਤੁਹਾਡੇ ਮਹੱਲੇਦਾਰ ਤੁਹਾਨੂੰ ਸਾਈਡਾਂ ਤੋਂ ਦੇਖ ਰਹੇ ਸੀ? ਅਸ਼ਰਫ ਮੈਂਬਰ ਤੋਂ ਡਰਦੇ ਨਹੀਂ ਅੱਗੇ ਆਏ, ਕਿਉਂਕਿ ਜਿਹੜੇ ਬੰਦੇ ਨੇ ਤਫਤੀਸ਼ੀਆਂ ਨੂੰ ਸਾਰੀ ਗੱਲ ਦੱਸੀ, ਉਹਨੇ ਸ਼ਾਮ ਨੂੰ ਬੁਲਾ ਕੇ ਉਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਦਿੱਤੀਆਂ, ਨਾਲੇ ਵਲੱਥੇ ਮਾਰੇ ਨੇ ਕਿ ਤੁਸੀਂ ਕੌਣ ਹੁੰਦੇ ਨੇ? ਪੁਲਿਸ ਗੁਲਾਮ ਹੈ ਉਸ ਅਸ਼ਰਫ ਮੈਂਬਰ ਦੀ? ਕਿਉਂਕਿ ਚੱਲਦੀ ਅਸ਼ਰਫ ਮੈਂਬਰ ਦੀ। ਉਹ ਕਹਿੰਦਾ ਕਿਤੇ ਜਾਏ ਨਹੀਂ, ਭੱਜ ਲੈ, ਤੂੰ ਕੀ ਕਰ ਸਕਣੀ। ਉਤੋਂ ਮੈਨੂੰ ਹਰ ਬੰਦੇ ਦੇ ਸਾਹਮਣੇ SHO ਨੂੰ, DSP ਨੂੰ ਇਹਨਾਂ ਨੇ ਕਿਹਾ ਕਿ ਅਗਰ ਮਾਂ ਬੇਟੀ। ਤੁਸੀਂ ਆਪਣੇ ਦੂਸਰੇ ਭਾਈਆਂ ਕੋਲ ਨਹੀਂ ਗਏ ਜਾ ਕੇ? ਉਹਨਾਂ ਨੂੰ ਜਾ ਕੇ ਨਹੀਂ ਦੱਸਿਆ ਮਾਮਲਾ ਸਾਰਾ? ਵੱਡੇ ਭਾਈਆਂ ਨੂੰ ਜਾ ਕੇ ਦੱਸਿਆ। ਮੇਰੇ ਨਾਲ ਕਾਫੀ ਦੇਰ ਵਿਚਾਰਾ ਧੱਕੇ ਖਾਂਦਾ ਰਿਹਾ। ਉਹਨੇ ਜਾ ਕੇ ਇਹਦੀ ਅਸ਼ਰਫ ਦੀ ਮਿਹਨਤ ਵੀ ਕੀਤੀ, ਕਹਿੰਦਾ ਦਫਾ ਹੋਇਆ, ਮੈਂ ਤੇਰੇ ਤੇ ਵੀ FIR ਕਟਾ ਦਾਂਗਾ। ਹੁਣ ਮੈਂ ਇਸ ਲਈ ਨਹੀਂ ਵੱਡੇ ਭਾਈ ਕੋਲ ਰਹਿੰਦੀ ਕਿਉਂਕਿ ਪੁਲਿਸ ਵਾਲੇ ਉਸ ਦਿਨ ਉੱਥੇ ਗਏ ਨੇ, ਉਹਨਾਂ ਨੂੰ ਧਮਕੀਆਂ ਲਾ ਕੇ ਆਏ ਨੇ। ਇਸ ਟਾਈਮ ਤੁਸੀਂ ਕਿੱਥੇ ਰਹਿ ਰਹੇ ਹੋ? ਇਸ ਟਾਈਮ ਮੈਂ ਜਿੱਥੇ ਬਾਈ ਰਹਿ ਰਹੀ ਹਾਂ, ਮੈਂ ਚੁੱਪ ਕੇ ਰਹਿ ਰਹੀ ਹਾਂ। ਮੇਰੇ ਪਿੰਡ ਦੀ ਬਾਜੀ ਸੀ, ਮੇਰੀ ਪਿਛਲੀ ਸਾਈਡ ਤੇ ਗਲੀ 'ਚ ਰਹਿੰਦੀ ਸੀ।
ਮੈਂ ਪੁੱਛਦਾ ਸੀ ਕਿ ਉਹਨਾਂ ਦੇ ਘਰ ਆਈ, ਉਹਨਾਂ ਮੈਨੂੰ ਪਨਾਹ ਦਿੱਤੀ, ਉਹਨਾਂ ਮੈਨੂੰ ਮੇਰੀ ਬੱਚੀ ਨੂੰ ਸਹਾਰਾ ਦਿੱਤਾ। ਮੇਰਾ ਕੋਈ ਨਹੀਂ ਦਾ ਅੱਗੇ ਪਿੱਛੇ। ਮੀਡੀਆ ਤੇ ਆਉਣ ਦਾ ਮੇਨ ਕੀ ਮਕਸਦ ਹੈ? ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ? ਕੀ ਤੁਹਾਡਾ ਅਸਲ ਮੌਕਫ ਕੀ ਹੈ? ਮੇਰਾ ਮੌਕਫ ਇਹ ਹੈ ਕਿ ਮੈਂ ਮਰੀਮ ਨਵਾਜ਼ ਨੂੰ ਇਹੀ ਕਹਾਂਗੀ ਹੱਥ ਜੋੜ ਕੇ ਕਿ ਮੇਰਾ ਹੱਕ ਮੈਨੂੰ ਵਾਪਸ ਲਿਆ ਜਾਏ, ਮੇਰੀ ਜਗ੍ਹਾ ਮੈਨੂੰ ਦਿੱਤੀ ਜਾਏ, ਮੈਂ ਆਪਣੀ ਬੱਚੀ ਨੂੰ ਲੈ ਕੇ ਮਹਿਫੂਜ਼ ਰਹਿ ਸਕਾਂ। ਮੈਂ ਦਰ ਤੇ ਠੋਕਰਾਂ ਖਾ ਰਹੀ। ਤੁਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੀ ਤੁਹਾਡੇ ਨਾਲ ਜ਼ਿਆਦਤੀ ਹੋਈ ਹੈ, ਤੁਹਾਡੇ ਭਾਈ ਨੇ ਕੀਤੀ ਜਾਂ ਅਸ਼ਰਫ ਮੈਂਬਰ ਨੇ ਕੀਤੀ, ਉਹਨਾਂ ਨੂੰ ਉਹਦੀ ਸਜ਼ਾ ਨਹੀਂ ਮਿਲਣੀ ਚਾਹੀਦੀ? ਮਿਲਣੀ ਚਾਹੀਦੀ ਹੈ, ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ। ਜੋ ਮੇਰੇ ਨਾਲ ਜ਼ੁਲਮ ਹੋਇਆ, ਮੇਰੇ ਨਾਲ ਜ਼ਿਆਦਤੀ ਹੋਈ ਹੈ। ਔਰ ਅਗਰ ਮਰੀਮ ਨਵਾਜ਼, ਅਗਰ ਮਾਂ ਬੇਟੀ ਨੂੰ ਸਾਨੂੰ ਕੁਝ ਵੀ ਹੋ ਗਿਆ, ਇਹਦਾ ਜ਼ਿੰਮੇਦਾਰ ਅਸ਼ਰਫ ਮੈਂਬਰ ਤੇ ਗੁਲਜ਼ਾਰ ਅਹਿਮਦ ਨੇ। जी नाज़रीन, सारा हवाल जाना आपने कि किस तरह एक भाई इस कदर बेगैरत हो गया कि अपनी ही बहन को किसी के कहने पे घर से निकाल देता है, जबकि उसको पता है कि क्या मामलात है, किस वजह से मैं घर से निकाल रहा हूँ। अब पता नहीं कि उसका उसके साथ क्या रिलेशन था, कि ਉਹਦਾ ਅਸ਼ਰਫ ਮੈਂਬਰ ਨਾਲ ਕੋਈ ਐਸਾ ਤਾਲੁਕ ਸੀ, ਉਹਦਾ ਕਾਨਾ ਸੀ ਜਾਂ ਉਹਦੇ ਕੋਲੋਂ ਲੈ ਕੇ ਖਾਂਦਾ ਸੀ? ਉਹਨਾਂ ਦੀਆਂ ਮੱਝਾਂ ਨੂੰ ਪੱਠੇ ਪਾਉਂਦਾ ਸੀ, ਕੰਮ ਕਰਦਾ ਸੀ ਉਹਨਾਂ ਦਾ, ਹੋਰ ਕੋਈ ਕਾਨਾ ਨਹੀਂ ਸੀ। ਲੇਕਿਨ ਉਹਨੇ ਇਹਨੂੰ ਧਮਕੀ ਲਾਈ ਸੀ, ਅਗਰ ਤੂੰ ਇਹਨੂੰ ਨਹੀਂ ਕੱਢੇਗਾ ਤੇ ਜਗ੍ਹਾ ਤੋਂ ਤੂੰ ਵੀ ਬੇਗਾਰ ਇੱਜ਼ਤ ਨਾਲੋਂ ਬਾਕੀ ਹਰ ਚੀਜ਼ ਉੱਤੇ ਹੋ ਗਈ। ਉਹ ਵੀ ਤੂੰ ਵੀ ਘਰੋਂ ਬੇਕਾਰ ਹੋ ਜਾਏਗਾ। ਲੇਕਿਨ ਭਾਈ ਨੇ ਮੇਰੀ ਇੱਕ ਨਹੀਂ ਸੁਣੀ। ਬੱਚੀ ਨੇ ਵੀ ਹੱਥ ਜੋੜੇ, ਮੈਨੂੰ ਨਾ ਵੇਂਦਾ, ਇਸ ਬੱਚੀ ਮਾਸੂਮ ਨੂੰ ਵੇਂਦਾ ਕਿ ਜਿੰਦਾ ਕੋਈ ਸਹਾਰਾ ਨਹੀਂ ਦਾ, ਜਿੰਦੇ ਸਿਰ ਤੇ ਬਾਪ ਨਹੀਂ ਦਾ। नाज़रीन, कमेंट बॉक्स में अपनी राय का इजहार ज़रूर कीजिएगा। इसी के साथ मुझे दीजिए इजाज़त। अल्लाह ने के बाद।